ਹੈਲੋ एवरीवन ਵੈਲਕਮ ਬੈਕ ਟੂ ਜਪਜੀ ਕੋਚਿੰਗ। ਅੱਜ ਦੇ ਸਾਡੇ ਟੌਪਿਕ ਦਾ ਨਾਮ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਇੱਕ ਪਰਮਾਨੈਂਟ ਤੇ ਇੰਡੀਪੈਂਡੈਂਟ ਬਾਡੀ ਹੈ। ਕਨਸਟੀਟਿਊਸ਼ਨ ਦੇ ਦੁਆਰਾ ਇਹਨੂੰ ਬਣਾਇਆ ਗਿਆ ਤਾਂ ਕਿ ਅਸੀਂ ਦੇਸ਼ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾ ਸਕੀਏ। ਆਰਟੀਕਲ 324 ਦੇ ਤਹਿਤ ਕਨਸਟੀਟਿਊਸ਼ਨ ਪ੍ਰੋਵਾਈਡ ਕਰਦਾ ਹੈ ਪਾਵਰ ਆਫ ਸਪੀਡੈਂਸੀ ਡਾਇਰੈਕਸ਼ਨ ਕੰਟਰੋਲ ਆਫ ਇਲੈਕਸ਼ਨ ਟੂ ਪਾਰਲੀਮੈਂਟ स्टेट लेजिस्लेचर प्रेसिडेंट ऑफिस एंड वाइस प्रेसिडेंट ऑफिस। यानी कि आर्टिकल 324 ਦੇ ਤਹਿਤ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਰਾਉਂਦਾ ਹੈ ਪਾਰਲੀਮੈਂਟ ਸਟੇਟ ਦੀਆਂ ਤੇ ਪ੍ਰੈਜ਼ੀਡੈਂਟ ਆਫਿਸ ਦੀਆਂ ਤੇ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਦੀਆਂ ਵੀ ਇਲੈਕਸ਼ਨ ਕਮਿਸ਼ਨ ਸੈਂਟਰ ਤੇ ਸਟੇਟ ਲਈ ਇੱਕ ਕਾਮਨ ਬਾਡੀ ਬਣਾਈ ਗਈ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਟੇਟ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਜਾਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਨਹੀਂ ਕਰਵਾਉਂਦੇ। ਉਹਨਾਂ ਲਈ ਵਾਸਤੇ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਬਣਾਇਆ ਗਿਆ ਹੈ ਜਿਹਦੇ ਤਹਿਤ ਸਟੇਟ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਤੇ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਸ ਕਰਵਾਈਆਂ ਜਾਂਦੀਆਂ ਨੇ। ਆਰਟੀਕਲ 324 ਦੇ ਦੁਆਰਾ ਮਿਲੀਆਂ ਗਈਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ ਇਲੈਕਸ਼ਨ ਕਮਿਸ਼ਨ ਨੂੰ। ਉਹਨਾਂ ਦੇ ਬਾਰੇ ਵੇਖਦੇ ਆ ਇੱਕ ਵਾਰੀ। ਸਭ ਤੋਂ ਪਹਿਲਾਂ ਤੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਤੇ ਉਸ ਤੋਂ ਇਲਾਵਾ 2 ਇਲੈਕਸ਼ਨ ਕਮਿਸ਼ਨਰ ਹੁੰਦੇ ਨੇ ਜਿਨ੍ਹਾਂ ਨੂੰ टाइम टू टाइम चेंज किया जाता है। वैसे तो इन्हों का टन्योर 6 साल का होंदा है या फिर 65 की एज तक जिहड़ी भी पहला आ जाए। चीफ इलैक्शन कमिश्नर या फिर इलैक्शन कमिश्नर की अपॉइंटमेंट प्रेजिडेंट के द्वारा की जाती है। जो एक इलैक्शन कमिश्नर नूं अपॉइंट किया जाता है तो चीफ इलैक्शन कमिश्नर जिहड़ा होंदा है वो चेयरपर्सन होंदा है इलैक्शन कमिशन ऑफ इंडिया का। प्रेजिडेंट दे कंसल्टेशन दे नाल इलैक्शन कमिशन वक्री वक्री स्टेट दे विच रीजनल कमिश्नर्स अपॉइंट करते हैं ते इन्हां दियां कंडीशनस ते इन्हां दा टेन्योर इलैक्शन कमिश्नर दा या फिर रीजनल कमिश्नर दा ओ प्रेजिडेंट दे द्वारा दस्सिया जांदा है। चीफ इलैक्शन कमिश्नर या फिर जिहड़े इलैक्शन कमिश्नर बनाए जाते हैं इलैक्शन कमिशन ऑफ इंडिया दे विच उन्हां नूं सुप्रीम कोर्ट दे जज दे बराबर दी सैलरीज अलाउंस मिलते हैं। जदों भी कोई भी फैसला लिता जाता है इलैक्शन कमिशन दे द्वारा ते चीफ इलैक्शन कमिशन ते बाकी दे 2 इलैक्शन कमिश्नर दी वोटिंग दे तहत फैसला लिता जाता है। मेजोरिटी वोटिंग का ही डिसीजन मन्निया जाता है और वो 6 साल या फिर 65 ਦੀ ਏਜ ਤੱਕ ਹੀ ਆਫਿਸ ਹੋਲਡ ਕਰ ਸਕਦੇ ਨੇ। ਇਲੈਕਸ਼ਨ ਕਮਿਸ਼ਨਰ ਜਾਂ ਫਿਰ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਰਿਮੂਵ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ VOTING ਹੁੰਦੀ ਹੈ। ਮੈਜੋਰਿਟੀ VOTING ਦੇ ਨਾਲ ਹੀ ਇੱਕ ਫੈਸਲਾ ਲਿਆ ਜਾਂਦਾ ਹੈ ਤੇ ਉਸ ਫੈਸਲੇ ਤੇ ਪ੍ਰੈਜ਼ੀਡੈਂਟ ਦੀ ਸਹਿਮਤੀ ਤੋਂ ਬਾਅਦ ਹੀ ਕਿਸੇ ਇਲੈਕਸ਼ਨ ਕਮਿਸ਼ਨਰ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਆਰਟੀਕਲ 324 ਦੇ ਤਹਿਤ ਇੰਡੀਪੈਂਡੈਂਸ ਮਿਲਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਤਾਂ ਕਿ ਉਹ ਸੇਫ ਤੇ ਇੰਡੀਪੈਂਡੈਂਟ ਇਲੈਕਸ਼ਨਸ ਕਰਾ ਸਕਣ ਦੇਸ਼ ਦੇ ਵਿੱਚ। ਚੀਫ ਇਲੈਕਸ਼ਨ ਕਮਿਸ਼ਨਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਨੇ ਸਿਕਿਉਰਿਟੀ ਉਹਦੇ ਟੈਨਿਓਰ ਦੇ ਵਿੱਚ ਜਾਂ ਫਿਰ ਉਹਨੂੰ ਜਦੋਂ ਵੀ ਰਿਮੂਵ ਕਰਨਾ ਹੋਵੇ ਉਹਦੇ ਆਫਿਸ ਤੋਂ ਉਹਦੇ ਵਾਸਤੇ ਅਸਹਿਮਤੀ ਮਤ ਹੋਣਾ ਜ਼ਰੂਰੀ ਹੈ। ਕਿਸੇ ਵੀ ਰੀਜਨਲ ਕਮਿਸ਼ਨਰ ਨੂੰ अपॉइंट करना या फिर उन्होंने रिमूव करना चीफ इलैक्शन कमिश्नर दी रिकमेंडेशन तो बिना नहीं हो सकती। पावर्स नूं 3 कैटेगरी दे विच वंडिया गया एडमिनिस्ट्रेटिव, एडवाइजरी ते क्वासी जुडिशियल। इन्हां 3 पावरां दे तहत ही इलैक्शन कमिशन कोई भी काम करता है रिगार्डिंग इलैक्शंस ते, चाहे वो पार्लीमेंट दियां होण, स्टेट दियां होण या फिर प्रेजिडेंट या फिर वाइस प्रेजिडेंट दे ऑफिस दियां होण। इलैक्शन कमिशन ही डिसाइड करता है ऑन द बेसिस ऑफ डेलिमिनेशन कमिशन एक्ट ऑफ पार्लीमेंट जिदे तहत इलैक्शन कमिशन ये दसदा है कि एक एरिए नू किन्ने हिस्सों च वंडा जाएगा ते केड़ी नवी कंस्टिट्यूएंसी बनेगी या फिर मर्ज करनगे या फिर रिमूव करनगे। ये सारियां पावर्स इलैक्शन कमिशन को होंदियां ने। टू प्रिपेयर एंड periodically revise electoral rolls and register the all eligible voters, यानी कि नवे वोटर्स ਨੂੰ ਐਨਰੋਲ ਕਰਨਾ ਜਾਂ ਫਿਰ ਜਿਹੜੇ ਵੋਟਰਸ ਦੇਸ਼ ਛੱਡ ਕੇ ਚਲੇ ਗਏ ਨੇ ਉਹਨਾਂ ਨੂੰ NRI ਲਿਸਟ ਦੇ ਵਿੱਚ ਐਡ ਕਰਨਾ ਜਾਂ ਫਿਰ ਜਿਹੜੇ ਵੋਟਰਸ ਡੈਡ ਹੋ ਚੁੱਕੇ ਨੇ ਉਹਨਾਂ ਦੀ ਵੋਟ ਰਿਮੂਵ ਕਰਨੀ। ਨੋਟੀਫਾਈ ਦੀ ਡੇਟ ਐਂਡ ਸ਼ਡਿਊਲ ਆਫ ਇਲੈਕਸ਼ਨਸ ਦੀ ਡੇਟ ਤੇ ਸ਼ਡਿਊਲ ਡਿਸਾਈਡ ਕਰਨੇ। ਨੋਮੀਨੇਸ਼ਨ ਦੀਆਂ ਤਰੀਕਾਂ ਦੱਸਣੀਆਂ। ਇਸ ਤੋਂ ਇਲਾਵਾ
ਪਾਰਟੀ ਨੂੰ ਆਪਣਾ ਪ੍ਰਚਾਰ ਕਰਨ ਦਾ ਟਾਈਮ ਦੇਣ ਦੇ ਸ਼ਡਿਊਲ ਬਣਾਉਣੇ, ਟੂ ਗ੍ਰਾਂਟ ਰਿਕਗਨਾਈਜੇਸ਼ਨ ਟੂ ਪੋਲੀਟੀਕਲ ਪਾਰਟੀਜ਼ ਐਂਡ ਅਲਾਟ ਇਲੈਕਸ਼ਨ ਸਿੰਬਲ ਟੂ them, ਟੂ ਐਕਟ ਐਜ਼ ਅ ਕੋਰਟ ਆਫ settling dispute related to granting of recognition to political parties and allotment of election symbol to them। ਵੱਖਰੀ ਵੱਖਰੀ ਪਾਰਟੀਆਂ ਦੇ ਵਿੱਚ ਜਿਹੜੇ ਵੀ ਡਿਸਪਿਊਟਸ ਹੁੰਦੇ ਨੇ ਏਰੀਆ ਨੂੰ ਲੈ ਕੇ ਜਾਂ ਫਿਰ VOTING ਦੀ ਕਿਸੇ ਵੀ ਪ੍ਰਕਾਰ ਦੀ ਪ੍ਰਕਿਰਿਆ ਨੂੰ ਲੈ ਕੇ, ਜਿੰਨੇ ਵੀ ਡਿਸਪਿਊਟ ਨੇ ਉਹ ਸਾਰੇ ਇਲੈਕਸ਼ਨ ਕਮਿਸ਼ਨ ਹੀ ਸੋਲਵ ਕਰੇਗਾ। ਟੂ ਅਪਾਇੰਟ ਆਫੀਸਰ ਫॉर inquiring into dispute related to electoral arrangement, ਇੱਕ ਆਫੀਸਰ ਅਪਾਇੰਟ ਕਰਦੇ ਨੇ ਇਲੈਕਸ਼ਨ ਦੇ ਰਿਲੇਟਡ ਸਮੱਸਿਆਵਾਂ ਨੂੰ ਸੋਲਵ ਕਰਨ ਵਾਸਤੇ। ਟੂ ਡਿਟਰਮਾਈਨ ਦੀ ਕੋਡ ਆਫ ਕੰਡਕਟ ਟੂ ਅਬਜ਼ਰਵ ਬਾय the parties and the candidate at the time of election। ਕੋਡ ਆਫ ਕੰਡਕਟ ਨੂੰ ਇਸ ਲਈ ਲਾਗੂ ਕੀਤਾ ਹੈ ਤਾਂ ਕਿ ਜਿਹੜੀ ਵੀ ਪਾਰਟੀ ਇਲੈਕਸ਼ਨ ਦੇ ਟਾਈਮ ਸਰਕਾਰ ਦੇ ਵਿੱਚ ਉਹ ਆਪਣੀ ਪਾਵਰਸ ਦਾ ਮਿਸਯੂਜ਼ ਨਾ ਕਰ ਸਕੇ। ਇਸੇ ਲਈ VOTING ਤੋਂ ਕਾਫੀ ਟਾਈਮ ਪਹਿਲਾਂ ਹੀ ਕੋਡ ਆਫ ਕੰਡਕਟ ਲਾ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਵੀ ਵੱਡਾ ਡਿਸੀਜਨ ਜਿਹੜਾ ਵੀ ਇਹ ਹੋਏਗਾ ਸਰਕਾਰ ਦਾ ਉਹ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਦੇ ਨਾਲ ਹੀ ਪਾਸ ਹੋਏਗਾ। ਟੂ ਐਡਵਾਈਜ਼ ਦੀ ਪ੍ਰੈਜ਼ੀਡੈਂਟ ਔਨ ਮੈਟਰ ਰਿਲੇਟਿੰਗ ਟੂ ਡਿਸਕੁਆਲੀਫਿਕੇਸ਼ਨ ਆਫ ਅ ਮੈਂਬਰ ਆਫ ਪਾਰਲੀਮੈਂਟ, ਕਿਸੇ ਵੀ ਮੈਂਬਰ ਆਫ ਪਾਰਲੀਮੈਂਟ ਨੂੰ ਡਿਸਕੁਆਲੀਫਾਈ ਕਰਨਾ ਉਹਦੇ ਵਾਸਤੇ ਐਡਵਾਈਜ਼ ਕਰ ਸਕਦੇ ਨੇ ਪ੍ਰੈਜ਼ੀਡੈਂਟ ਨੂੰ। ਟੂ ਐਡਵਾਈਜ਼ ਦੀ ਗਵਰਨਰ ਔਨ ਮੈਟਰ ਰਿਲੇਟਿਡ ਟੂ ਡਿਸਕੁਆਲੀਫਿਕੇਸ਼ਨ ਆਫ ਮੈਂਬਰ ਆਫ ਸਟੇਟ ਲੈਜਿਸਲੇਚਰ, ਯਾਨੀ ਕਿ ਕਿਸੇ ਵੀ MLA ਨੂੰ ਡਿਸਕੁਆਲੀਫਾਈ ਕਰਨਾ ਉਹਦੀ ਐਡਵਾਈਜ਼ ਕਰ ਸਕਦੇ ਨੇ ਗਵਰਨਰ ਨੂੰ। ਟੂ ਕੈਂਸਲ polls in event of rigging, booth capturing, violence, ਯਾਨੀ ਕਿ ਕਿਸੇ ਵੀ ਪੋਲਿੰਗ ਬੂਥ ਨੂੰ ਕੈਂਸਲ ਕਰ ਸਕਦੇ ਨੇ ਅਗਰ ਜੇ ਉਸ ਪੋਲਿੰਗ ਬੂਥ ਤੇ ਕੋਈ ਵਾਇਲੈਂਸ ਹੋ ਜਾਏ ਜਾਂ ਫਿਰ ਕੋਈ ਪਾਰਟੀ ਦੇ ਦੁਆਰਾ ਆਪਸੀ ਝਗੜਾ ਹੋ ਜਾਏ ਜਾਂ ਫਿਰ ਬੂਥ ਕੈਪਚਰਿੰਗ, ਯਾਨੀ ਕਿ ਕਿਸੇ ਵੀ ਪਾਰਟੀ ਦੇ ਲੋਕ ਇਲੀਗਲ ਤੌਰ ਤੇ ਉੱਥੇ ਵੋਟਾਂ ਪਾ ਰਹੇ ਹੋਣ, ਉਸ ਟਾਈਮ ਤੇ ਇਲੈਕਸ਼ਨ ਕਮਿਸ਼ਨ ਉਸ ਪੋਲਿੰਗ ਬੂਥ ਨੂੰ ਕੈਂਸਲ ਕਰ ਸਕਦਾ ਹੈ। ਟੂ ਰਿਕੁਐਸਟ ਦੀ ਪ੍ਰੈਜ਼ੀਡੈਂਟ ਔਨ ਦੀ ਸਟਾਫ ਨੈਸੈਸਰੀ ਫॉर ਕੰਡਕਟਿੰਗ ਇਲੈਕਸ਼ਨ, ਪ੍ਰੈਜ਼ੀਡੈਂਟ ਜਾਂ ਫਿਰ ਗਵਰਨਰ ਨੂੰ ਸਟਾਫ ਦੀ ਮੰਗ ਕਰ ਸਕਦੇ ਨੇ। ਸੁਪਰਵਾਈਜ਼ ਕਰਦੇ ਨੇ ਮਸ਼ੀਨਰੀ ਆਫ ਇਲੈਕਸ਼ਨ ਥਰੂਆਊਟ ਦੀ ਕੰਟਰੀ ਟੂ ensure free and fair election। To advise the president whether election can be held in state under president rule in order to extend the period of emergency after 1 year। election commission advise ਕਰਦੇ ਨੇ president ਨੂੰ ਕਿ ਰਾਸ਼ਟਰਪਤੀ ਰਾਜ ਦੇ ਦੌਰਾਨ ਚੋਣਾਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਰਾਸ਼ਟਰਪਤੀ ਰੂਲ ਹੀ ਲਾਗੂ ਰਹੇਗਾ। To registered political parties for the purpose of election and grant them the status of national or state parties on the basis of their poll performance। ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਰਜਿਸਟਰ ਕਰਨਾ ਇਲੈਕਸ਼ਨ ਦੇ ਵਿੱਚ ਜਾਂ ਫਿਰ ਉਹਨੂੰ ਸਟੇਟਸ ਦੇਣਾ ਨੈਸ਼ਨਲ ਪਾਰਟੀ ਜਾਂ ਫਿਰ ਇੱਕ ਸਟੇਟ ਦੀ ਪਾਰਟੀ। ਸਟੇਟਸ ਆਫ ਨੈਸ਼ਨਲ ਔਰ ਸਟੇਟ ਪਾਰਟੀ ਦਾ ਮੀਨਿੰਗ ਹੈ ਕਿ ਇੱਕ ਨੈਸ਼ਨਲ ਪਾਰਟੀ ਜਿਵੇਂ ਕਿ ਨੈਸ਼ਨਲ ਕਾਂਗਰਸ ਜਾਂ ਫਿਰ BJP ਇੱਕ ਨੈਸ਼ਨਲ ਪਾਰਟੀ ਹੈ, ਔਰ ਸਟੇਟ ਪਾਰਟੀ ਜਿਵੇਂ ਕਿ ਪੰਜਾਬ ਦੇ ਵਿੱਚ SGPC ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਇਹ ਸਾਰੀਆਂ ਸਟੇਟ ਦੀਆਂ ਪਾਰਟੀਆਂ ਨੇ। ਯੂਨੀਅਨ ਲੈਵਲ ਤੇ ਯਾਨੀ ਕਿ ਕੰਟਰੀ ਦੇ ਵਿੱਚ ਜਦੋਂ ਇਲੈਕਸ਼ਨਸ ਹੁੰਦੇ ਨੇ ਪਾਰਲੀਮੈਂਟ ਦੇ ਉਦੋਂ ਵੱਖਰੇ ਵੱਖਰੇ ਡਿਪਟੀ ਇਲੈਕਸ਼ਨ ਕਮਿਸ਼ਨਰ ਬਣਦੇ ਨੇ ਜੋ ਕਿ IAS ਸਰਵੈਂਟ ਹੁੰਦੇ ਨੇ। ਉਹਨਾਂ ਨੂੰ ਕਮਿਸ਼ਨ ਦੇ ਵਿੱਚ ਫॉर ਇਲੈਕਸ਼ਨ ਪਰਪਸ ਵਾਸਤੇ ਕਮਿਸ਼ਨ ਕੀਤਾ ਜਾਂਦਾ ਹੈ। ਸਟੇਟ ਲੈਵਲ ਤੇ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਇਲੈਕਸ਼ਨ ਕਮਿਸ਼ਨ ਇੱਕ ਚੀਫ ਇਲੈਕਟੋਰਲ ਆਫਿਸਰ ਅਪਾਇੰਟ ਕਰਦਾ ਹੈ। ਇਹ ਚੀਫ ਇਲੈਕਟੋਰਲ ਆਫਿਸਰ IAS ਆਫਿਸਰ ਹੁੰਦਾ ਹੈ ਜਿਹਨੂੰ ਕਿ ਚੀਫ ਇਲੈਕਸ਼ਨ ਕਮਿਸ਼ਨਰ ਅਪਾਇੰਟ ਕਰਦਾ ਹੈ ਸਟੇਟ ਦੇ ਵਿੱਚ ਇਲੈਕਸ਼ਨਸ ਕਰਾਉਣ ਲਈ। ਅਗੋ ਡਿਸਟ੍ਰਿਕਟ ਲੈਵਲ ਤੇ ਵੱਖਰੇ ਵੱਖਰੇ ਡਿਸਟ੍ਰਿਕਟ ਰਿਟਰਨਿੰਗ ਆਫਿਸਰ ਅਪਾਇੰਟ ਕਰਦਾ ਹੈ ਤੇ ਡਿਸਟ੍ਰਿਕਟ ਰਿਟਰਨਿੰਗ ਆਫਿਸਰ ਅਪਾਇੰਟ ਕਰਦਾ ਹੈ ਰਿਟਰਨਿੰਗ ਆਫਿਸਰ ਹਰ ਇੱਕ ਕੰਸਟੀਟੂਐਂਸੀ ਵਾਸਤੇ, ਡਿਸਟ੍ਰਿਕਟ ਦੇ ਵਿੱਚ ਪ੍ਰੀਜ਼ਾਈਡਿੰਗ ਆਫਿਸਰ ਹਰ ਇੱਕ ਪੋਲਿੰਗ ਬੂਥ ਵਾਸਤੇ, ਔਰ ਚੀਫ ਇਲੈਕਟੋਰਲ ਆਫਿਸਰ ਡਾਇਰੈਕਟ ਰਿਪੋਰਟ ਕਰਦਾ ਹੈ ਇਲੈਕਸ਼ਨ ਕਮਿਸ਼ਨ ਨੂੰ। ਵਿਜ਼ਨ, ਮਿਸ਼ਨ ਐਂਡ ਪ੍ਰਿੰਸੀਪਲਸ। ਸਭ ਤੋਂ ਪਹਿਲਾਂ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵਿਜ਼ਨ ਹੈ ਟੂ ਬੀ ਅ ਇੰਸਟੀਟਿਊਟ ਆਫ ਐਕਸਲੈਂਸ ਬਾय ਐਨਹਾਂਸਿੰਗ ਐਕਟਿਵ engagement, participation and deepening and strengthening electoral democracy in India and global। ਇਸ ਟਾਈਮ ਤੇ 2022 ਦੇ ਵਿੱਚ ਇਲੈਕਸ਼ਨਸ ਹੋਈਆਂ ਔਰ ਕਾਫੀ ਅੱਛੇ ਤਰੀਕੇ ਨਾਲ ਇਲੈਕਸ਼ਨਸ ਹੋਈਆਂ ਨੇ, ਬਟ ਕਾਫੀ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਇਸੇ ਦੇ ਤਹਿਤ ਇਲੈਕਸ਼ਨ ਕਮਿਸ਼ਨ ਇਲੈਕਸ਼ਨਸ ਤੋਂ ਪਹਿਲਾਂ ਜਾਂ ਫਿਰ ਟਾਈਮ ਟੂ ਟਾਈਮ ਲੋਕਾਂ ਨੂੰ ਜਾਗਰੂਕ ਕਰਦਾ ਹੈ ਇਲੈਕਸ਼ਨਸ ਦੇ ਬਾਰੇ ਤਾਂ ਕਿ ਉਹ ਆਪਣੀ ਵੋਟ ਦੇਣ ਜ਼ਰੂਰ ਜਾਣ, ਆਪਣੀ VOTING ਪਾਵਰ ਯੂਜ਼ ਕਰਨ, ਸਹੀ ਕੈਂਡੀਡੇਟ ਨੂੰ ਚੁਣਨ। ਮਿਸ਼ਨ, the election commission of India maintain independence, integrity and autonomy, ensure accessibility, inclusive and ethical participation of stakeholder and adopt highest standard of professionalism for delivering free, fair and transparent election to strengthen the trust in electoral democracy and governance। election commission of India ਦਾ ਮਿਸ਼ਨ ਇਹ ਹੈ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ
ਉਹ ਕਿ ਉਹ ਇਲੈਕਸ਼ਨ ਦੇ ਦੁਆਰਾ ਇੱਕ ਸਹੀ ਸਰਕਾਰ ਚੁਣਦੇ ਪਏ ਨੇ। ਇਹ ਇਲੈਕਸ਼ਨ ਫ੍ਰੀ ਤੇ ਫੇਅਰ ਤੇ ਬਿਲਕੁਲ ਹੀ ਸਹੀ ਤਰੀਕੇ ਦੇ ਨਾਲ VOTING ਹੋ ਰਹੀ ਹੈ ਤੇ ਕੋਈ ਵੀ ਧੋਖਾ ਦੇ ਕੇ ਸਰਕਾਰ ਨਹੀਂ ਬਣਾ ਸਕਦਾ। ਇਲੈਕਸ਼ਨ ਕਮਿਸ਼ਨ ਨੇ ਆਪਣੇ ਵਾਸਤੇ ਗਾਈਡਿੰਗ ਪ੍ਰਿੰਸੀਪਲ ਬਣਾਏ ਨੇ ਤਾਂ ਕਿ ਉਹ ਦੇਸ਼ ਦੇ ਵਿੱਚ ਚੰਗੇ ਤਰੀਕੇ ਨਾਲ ਵੋਟਾਂ ਕਰਾ ਸਕਣ ਤੇ ਇਸ ਤੋਂ ਇਲਾਵਾ ਉਹ ਇੱਕ ਚੰਗੀ ਸਰਕਾਰ ਬਣਾਉਣ ਜੋ ਕਿ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵੇ।